ਦੋਸਤੋ ਪੰਜਾਬੀ ਟ੍ਰਿਬਿਊਨ ਦੇ ਰੋਜ਼ਾਨਾ ਪ੍ਰੋਗਰਾਮ ਵੇਲੇ ਦੀ ਗੱਲ ਵਿੱਚ ਤੁਹਾਡਾ ਸਵਾਗਤ ਹੈ। ਮੈਂ ਆਤਿਸ਼ ਗੁਪਤਾ ਤੁਹਾਡੇ ਸਾਹਮਣੇ ਹਾਜ਼ਰ ਹਾਂ ਤੇ ਅੱਜ ਅਸੀਂ ਗੱਲ ਕਰਾਂਗੇ ਵਿਜੀਲੈਂਸ ਵਿਭਾਗ ਦੀਆਂ ਵੱਖ-ਵੱਖ ਕਾਰਵਾਈਆਂ ਬਾਰੇ, ਚਾਹੇ ਉਹ ਟਰਾਂਸਪੋਰਟ ਵਿਭਾਗ 'ਚ ਛਾਪੇਮਾਰੀ ਦੀ ਹੋਵੇ, ਸਾਬਕਾ ਕੈਬਨਿਟ ਮੰਤਰੀ ਆਸ਼ੂ ਦੀ ਗ੍ਰਿਫਤਾਰੀ ਦਾ ਮਾਮਲਾ ਹੋਵੇ ਜਾਂ ਏਆਈਜੀ ਆਸ਼ੀਸ਼ ਕਪੂਰ ਦੇ ਘਰ ਵਿਜੀਲੈਂਸ ਵੱਲੋਂ ਜਿਹੜੀ ਅੱਜ ਛਾਪੇਮਾਰੀ ਕੀਤੀ ਗਈ ਹੈ ਉਸ ਬਾਰੇ ਹੋਵੇ। ਸਾਡੇ ਨਾਲ ਇਹਨਾਂ ਸਾਰੇ ਮੁੱਦਿਆਂ ਬਾਰੇ ਗੱਲਬਾਤ ਕਰਨ ਲਈ ਵਿਸ਼ੇਸ਼ ਤੌਰ ਤੇ ਹਾਜ਼ਰ ਨੇ ਸਾਡੇ ਸੀਨੀਅਰ ਪੱਤਰਕਾਰ ਸ਼੍ਰੀ ਦਵਿੰਦਰਪਾਲ ਜੀ। ਦਵਿੰਦਰ ਜੀ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ। ਸ਼ੁਕਰੀਆ ਜੀ। ਦਵਿੰਦਰ ਜੀ, ਵਿਜੀਲੈਂਸ ਵਿਭਾਗ ਪੰਜਾਬ ਵੱਲੋਂ ਪਿਛਲੇ ਕੁਝ ਦਿਨਾਂ 'ਚ ਲਗਾਤਾਰ ਵੱਡੀਆਂ ਜਿਹੜੀ ਕਾਰਵਾਈਆਂ ਕੀਤੀਆਂ ਜਾ ਰਹੀਆਂ। ਗੱਲ ਵੈਸੇ ਤਾਂ ਬਹੁਤ ਹੀ ਵੱਖ-ਵੱਖ ਥਾਵਾਂ 'ਤੇ ਉਹਨਾਂ ਨੇ ਛਾਪੇਮਾਰੀ ਕੀਤੀ ਹੈ। ਗੱਲ ਕਰੀਏ ਤਾਂ ਉਹਨਾਂ ਵੱਲੋਂ ਲੰਘੇ ਦਿਨ ਟਰਾਂਸਪੋਰਟ ਵਿਭਾਗ 'ਚ ਛਾਪੇਮਾਰੀ ਕੀਤੀ ਗਈ, ਜਿੱਥੋਂ ਕਿ ਵਾਹਨਾਂ ਦੇ ਜਿਹੜੇ ਫਿਟਨੈਸ ਸਰਟੀਫਿਕੇਟ ਸੀ ਉਹ ਜਾਲੀ ਜਾਰੀ ਕਰਨ ਦਾ ਜਾਂ ਫਰਜ਼ੀ ਜਾਰੀ ਕਰਨ ਦਾ ਜਿਹੜਾ ਇੱਕ ਵੱਡਾ ਮਾਮਲਾ ਸਾਹਮਣੇ ਆਇਆ। ਅਸੀਂ ਜਾਣਨਾ ਚਾਹਾਂਗੇ ਇਹ ਪੂਰਾ ਮਾਮਲਾ ਕੀ ਹੈ, ਵਾਹਨਾਂ ਦੇ ਜਿਹੜੇ ਸਰਟੀਫਿਕੇਟ ਕਿਸ ਤਰ੍ਹਾਂ ਜਾਰੀ ਕੀਤੇ ਜਾਂਦੇ ਸੀ, ਕੀ ਹੁੰਦਾ ਸੀਗਾ? ਦੇਖੋ, ਸਭ ਤੋਂ ਪਹਿਲਾਂ ਤਾਂ ਇਹ ਹੈ ਵੀ ਪੰਜਾਬ ਵਿਜੀਲੈਂਸ ਬਿਊਰੋ ਨੇ ਜਿਸ ਤਰ੍ਹਾਂ ਦਾ ਭ੍ਰਿਸ਼ਟਾਚਾਰ ਦਾ ਜਿਹੜਾ ਇੰਸਟੀਟਿਊਸ਼ਨਲਾਈਜ਼ ਜਿਹੜੀ ਹੈ ਸੰਸਥਾਗਤ ਭ੍ਰਿਸ਼ਟਾਚਾਰ ਜਿਹੜਾ ਵੱਖ-ਵੱਖ ਡਿਪਾਰਟਮੈਂਟਾਂ ਦੇ ਵਿੱਚ ਚੱਲਦਾ ਸੀ, ਉਹਨੂੰ ਜਿਹੜੀਆਂ ਪਰਤ ਦਰ ਪਰਤ ਅੱਗੇ ਇਨਕੁਆਇਰੀਆਂ ਚੱਲ ਰਹੀਆਂ, ਉਹਨੂੰ ਪਰਤਾਂ ਖੋਲ੍ਹੀਆਂ ਜਾ ਰਹੀਆਂ, ਉਹ ਇੱਕ ਸ਼ਲਾਘਾਯੋਗ ਕਦਮ ਹੈ। ਅਤੇ ਪੰਜਾਬ ਵਿਜੀਲੈਂਸ ਬਿਊਰੋ ਨੂੰ ਇਹ ਵੀ ਚਾਹੀਦਾ ਵੀ ਇਹਨੂੰ ਅੰਜਾਮ ਤੱਕ ਪਹੁੰਚਾਉਣ ਲਈ ਜੀ ਤਫਤੀਸ਼ ਨੂੰ ਜਿਹੜਾ ਪੂਰੇ ਪੇਸ਼ੇਵਰ ਤਰੀਕੇ ਨਾਲ ਸਿਰੇ ਚੜ੍ਹਨਾ ਚਾਹੀਦਾ, ਤਾਂ ਜੋ ਜੇ ਸਹੀ ਬੰਦੇ ਨੇ ਕਿਸੇ ਨੇ ਕੋਈ ਅਪਰਾਧ ਕੀਤਾ ਹੈ ਤਾਂ ਉਹਨੂੰ ਸਜ਼ਾ ਮਿਲ ਸਕੇ। ਜੀ ਕਿਉਂਕਿ ਪੰਜਾਬ ਵਿਜੀਲੈਂਸ ਬਿਊਰੋ ਦੀ ਹਾਲਤ ਇਹ ਹੈ ਵੀ ਇਸ ਵੇਲੇ ਉਹਨਾਂ ਕੋਲ ਸਿਰਫ 900 ਮੁਲਾਜ਼ਮ ਹੈ, ਜਿਨ੍ਹਾਂ 'ਚ ਅਫਸਰ ਵੀ ਨੇ, ADGP ਤੋਂ ਲੈ ਕੇ ਸਿਪਾਹੀ ਤੱਕ। ਉਹਨਾਂ ਨੇ ਸਰਕਾਰ ਨੂੰ ਰਿਕੁਐਸਟ ਕੀਤੀ ਹੈ ਵੀ 1200 ਬੰਦਾ ਜਿਹੜਾ ਸਾਨੂੰ ਹੋਰ ਦਿੱਤਾ ਜਾਵੇ, ਕਿਉਂਕਿ ਜਦੋਂ ਅਸੀਂ ਪਿਛੋਕੜ ਦੇਖਦੇ ਹਾਂ ਤਾਂ ਅੱਗਾ ਦੌੜ ਪਿੱਛਾ ਚੌੜ ਵਾਲਾ ਕੰਮ ਹੈ ਵੀ ਪੰਜਾਬ ਵਿਜੀਲੈਂਸ ਬਿਊਰੋ ਪਰਚਾ ਦਰਜ ਕਰ ਦਿੰਦੀ ਹੈ ਅਤੇ ਉਹ ਮੁਕੱਦਮੇ ਨੇ ਜਿਹੜੇ ਉਹ ਅੰਜਾਮ ਤੱਕ ਨਹੀਂ ਪਹੁੰਚਦੇ, ਅਤੇ ਇਸ ਲਈ ਜਿਹੜਾ ਸਜ਼ਾ ਦਰ ਜਿਹੜੀ ਹੈ ਉਹ ਬਹੁਤ ਘੱਟ ਸੀ। ਜੀ ਜਦੋਂ ਅਸੀਂ ਦੇਖਦੇ ਹਾਂ ਵੀ ਪਿਛਲੇ ਦਿਨਾਂ ਦੇ ਵਿੱਚ ਜੰਗਲਾਤ ਵਿਭਾਗ ਦੇ ਵਿੱਚ ਪੰਜਾਬ ਵਿਜੀਲੈਂਸ ਬਿਊਰੋ ਨੇ ਜਿਵੇਂ ਸੰਸਥਾਗਤ ਰੂਪ ਦੇ ਵਿੱਚ ਇੱਕ ਸੰਗਠਿਤ ਰੂਪ ਦੇ ਵਿੱਚ ਇੱਕ ਕਰਪਸ਼ਨ ਜਿਹੜੀ ਚੱਲਦੀ ਸੀ, ਕਿਵੇਂ ਇੱਕ ਰੁੱਖ ਵੱਢਣ ਤੱਕ ਦੇ ਜਿਹੜੇ ਪੈਸੇ ਲੈਂਦੇ ਸੀ, ਉਹ ਉਜਾਗਰ ਕੀਤਾ ਸੀ। ਇਸੇ ਤਰ੍ਹਾਂ ਟਰਾਂਸਪੋਰਟ ਵਿਭਾਗ ਹੈ, ਇਹ ਮੈਨੂੰ ਲੱਗਦਾ 10 ਸਾਲ 20 ਸਾਲ 30 ਸਾਲ 40 ਸਾਲ ਜਿੰਨਾ ਵੀ ਪੁਰਾਣਾ ਕਹਿ ਲਈਏ, ਅਸੀਂ ਕਹਿ ਲਈਏ ਵੀ ਇਹ ਇੰਨਾ ਜ਼ਿਆਦਾ ਗੁੰਝਲਦਾਰ ਅਤੇ ਇੰਨਾ ਜ਼ਿਆਦਾ ਸੰਗਠਿਤ ਰੂਪ ਦੇ ਵਿੱਚ ਕਰਪਸ਼ਨ ਦਾ ਅੱਡਾ ਬਣਿਆ ਹੋਇਆ, ਅਤੇ ਇਹਨੂੰ ਸਮਝਣ ਲਈ ਵੀ ਵਿਜੀਲੈਂਸ ਨੂੰ ਬੜਾ ਵੱਡੇ ਪੱਧਰ 'ਤੇ ਜਿਹੜੀ ਹੈ ਇਹਦੀ ਤਫਤੀਸ਼, ਇਹਦੀ ਹੈ ਜਾਂਚ ਕਰਨੀ ਪਊਗੀ। ਪੇਸ਼ੇਵਰ ਬੰਦਿਆਂ ਦੀ ਜਿਹੜੀ ਹੈ ਮਦਦ ਦੀ ਲੋੜ ਪਊਗੀ। ਜਿਵੇਂ ਅਸੀਂ ਦੇਖ ਲਈਏ ਵੀ ਤਹਿਸੀਲ ਪੱਧਰ 'ਤੇ ਹੋਵੇ ਜਾਂ ਜ਼ਿਲ੍ਹਾ ਪੱਧਰ 'ਤੇ ਹੋਵੇ, ਕਿਵੇਂ ਜਿਹੜੇ DTO ਦਫ਼ਤਰਾਂ ਦੇ ਮੁਲਾਜ਼ਮਾਂ ਦੀ ਜਾਂ ਅਫਸਰਾਂ ਦੀ ਜਿਹੜੀ ਇਨਵੋਲਵਮੈਂਟ ਹੈ ਜਿਹੜੀ ਕਿਸ ਤਰ੍ਹਾਂ ਦੀ ਹੁੰਦੀ ਹੈ। ਡਰਾਈਵਿੰਗ ਲਾਇਸੈਂਸ ਜਿਹੜੇ ਆ ਉਹ ਘਰੇ ਬੈਠਿਆਂ ਮਿਲ ਜਾਂਦੇ ਸੀਗੇ, ਐਡਾ ਸੰਵੇਦਨਸ਼ੀਲ ਮਸਲਾ ਹੈ ਵੀ ਤੁਸੀਂ ਕਿਸੇ ਅਣਜਾਣ ਬੰਦੇ ਨੂੰ ਗੱਡੀ ਚਲਾਉਣ ਦਾ ਡਰਾਈਵਿੰਗ ਲਾਇਸੈਂਸ ਦੇ ਦਿੰਦੇ ਹੋ ਤਾਂ ਉਹਦੇ ਸਿੱਟੇ ਜਿਹੜੇ ਆ ਉਹ ਕੀ ਹੋ ਸਕਦੇ ਨੇ। ਜੀ ਇਸੇ ਤਰ੍ਹਾਂ ਜਿਵੇਂ ਹੁਣ ਇਹਨਾਂ ਨੇ ਸਭ ਤੋਂ ਪਹਿਲਾਂ ਜਿਹੜਾ ਸੰਗਰੂਰ ਦੇ ਵਿੱਚ ਇੱਕ ਮਸਲਾ ਸਾਹਮਣੇ ਆਇਆ ਸੀ, ਜਿਹੜਾ ਮੋਟਰ ਵਹੀਕਲ ਇੰਸਪੈਕਟਰ ਦੇ ਦਫ਼ਤਰ ਛਾਪਾ ਮਾਰ ਕੇ ਜਦੋਂ ਕੱਢਿਆ ਤਾਂ ਉਹ ਰਿਕਾਰਡ ਇਹ ਸਾਹਮਣੇ ਆਇਆ ਸੀ ਵੀ 60 ਸਕਿੰਟ ਦੇ ਵਿੱਚ, 1 ਮਿੰਟ ਦੇ ਵਿੱਚ ਇੱਕ ਗੱਡੀ ਪਾਸ ਕੀਤੀ, ਜਿੰਨੀਆਂ ਗੱਡੀਆਂ ਉਹਨੇ ਸਾਰੇ ਮਹੀਨੇ ਜਾਂ ਸਾਲ ਦੇ ਵਿੱਚ ਪਾਸ ਕੀਤੀਆਂ। ਜਦੋਂ ਦੀ ਰੇਸ਼ੋ ਕੱਢੀ, ਜੋ ਉਹਦੇ ਡਿਊਟੀ ਆਵਰਸ ਜਿਹੜੇ ਕੱਢੇ, ਉਹ 1 ਮਿੰਟ ਦੇ ਵਿੱਚ ਕੱਢਦੇ, ਜਿਹੜੀ ਸੰਭਵ ਹੀ ਨਹੀਂ। ਜੀ ਤੁਸੀਂ ਬੰਦੇ ਨੇ ਸਾਰੀ ਫਾਈਲ ਪੜ੍ਹਨੀ ਹੈ, ਸਾਰੇ ਦਸਤਾਵੇਜ਼ ਦੇਖਣੇ ਹੈ, ਉਹਦੇ 'ਤੇ ਦਸਤਖਤ ਕਰਨੇ ਹੈ, ਫਿਰ ਗੱਡੀ ਦੀ ਜਿਹੜੀ ਹੈ ਫਿਜ਼ੀਕਲ ਵੈਰੀਫਿਕੇਸ਼ਨ ਕਰਨੀ ਹੈ ਵੀ ਗੱਡੀ ਚੱਲਣਯੋਗ ਹੈ ਸੜਕ 'ਤੇ, ਗੱਡੀ ਦਾ ਕੋਈ ਹਾਦਸਾ ਤਾਂ ਨਹੀਂ ਹੋ ਸਕਦਾ। ਜੇ ਸਕੂਲੀ ਵੈਨ ਹੈ ਬੱਚਿਆਂ ਨੂੰ ਲੈ ਕੇ ਜਾ ਰਹੀ, ਜਾਂ ਸਕੂਲੀ ਬੱਸ ਹੈ ਬੱਚਿਆਂ ਨੂੰ ਲੈ ਕੇ ਜਾ ਰਹੀ, ਫਿਊਚਰ ਦੇ ਵਿੱਚ ਜਿਹੜੇ ਕੋਈ ਹਾਦਸੇ ਦਾ ਸ਼ਿਕਾਰ ਤਾਂ ਨਹੀਂ ਹੋ ਜੂ, ਤਾਂ ਜੋ ਸਾਡੇ ਬਾਲ ਨੇ ਛੋਟੇ ਛੋਟੇ ਜਿਹੜੇ ਆ ਉਹ ਕਿਤੇ ਮੌਤ ਦੇ ਮੂੰਹ 'ਚ ਨਾ ਜਾ ਪਾਏ। ਜੀ ਅਤੇ ਉਹਦੇ 'ਚ ਗੱਲ ਵੀ ਤਾਂ ਇਹੀ ਸਾਹਮਣੇ ਆਈ ਸੀ ਵੀ ਇੱਕ ਤਰ੍ਹਾਂ ਨਾਲ ਘਰੇ ਬੈਠ ਕੇ ਜਾਂ ਦਫ਼ਤਰ 'ਚ ਬੈਠ ਕੇ ਫਿਟਨੈਸ ਸਰਟੀਫਿਕੇਟ ਜਿਹੜੇ ਆ ਉਹ ਜਾਰੀ ਕਰ ਦਿੱਤੇ ਜਾਂਦੇ ਸੀ। ਜੀ ਇਹੋ ਜਿਹਾ ਕੰਮ ਉਦੋਂ ਹੀ ਜਾਰੀ ਕੀਤਾ ਜਾਂਦਾ ਜਦੋਂ ਪੈਸਾ ਚੜ੍ਹਾਇਆ ਜਾਂਦਾ ਅਤੇ ਸਰਟੀਫਿਕੇਟ ਜਿਹੜੇ ਨੇ ਜਾਰੀ ਹੋ ਜਾਂਦੇ ਨੇ। ਜੀ ਫਿਰ ਉਹਦੇ ਮੱਦੇਨਜ਼ਰ ਜਦੋਂ ਇੱਕ ਜ਼ਿਲ੍ਹੇ ਦੇ ਵਿੱਚ ਇਸ ਤਰ੍ਹਾਂ ਦਾ ਮਸਲਾ ਸਾਹਮਣੇ ਆਇਆ ਤਾਂ ਉਹਨਾਂ ਨੇ ਫਿਰ ਕੱਲ੍ਹ 6 ਜ਼ਿਲ੍ਹਿਆਂ ਦੇ ਵਿੱਚ ਵਿਜੀਲੈਂਸ ਨੇ ਛਾਪੇਮਾਰੀ ਕੀਤੀ ਅਤੇ ਜਲੰਧਰ ਜ਼ਿਲ੍ਹੇ ਦੇ ਵਿੱਚ 12.5 ਲੱਖ ਰੁਪਇਆ ਜਿਹੜਾ ਬਰਾਮਦ ਹੋ ਗਿਆ ਸੀ। ਜੀ ਜਦੋਂ ਅਸੀਂ ਗੱਲ ਦੇਖਦੇ ਹਾਂ DTO ਦਫ਼ਤਰ, RTA ਦਫ਼ਤਰ ਦੇ ਵਿੱਚ ਇੰਨਾ ਜ਼ਿਆਦਾ, ਕਿਉਂਕਿ ਪੰਜਾਬ ਦੇ ਵਿੱਚ ਜਿਹੜੀਆਂ ਬੱਸਾਂ ਨੇ ਪ੍ਰਾਈਵੇਟ ਟਰਾਂਸਪੋਰਟਰਸ ਅਤੇ ਉਹਦੇ 'ਤੇ ਰਾਜਨੀਤਿਕ ਲੋਕਾਂ ਦਾ ਬਹੁਤ ਦਬਦਬਾ ਹੈ। ਜੀ ਰਾਜਨੀਤਿਕ ਘਰਾਣੇ ਜਿਹੜੇ ਮੰਤਰੀ, ਮੁੱਖ ਮੰਤਰੀ ਤੱਕ ਰਹੇ, ਉਹਨਾਂ ਦਾ ਟਰਾਂਸਪੋਰਟ ਦੇ ਵਿੱਚ ਇੰਟਰਸਟ ਹੈ। ਜੀ ਇਸੇ ਕਰਕੇ ਜਿਹੜਾ ਰੇਲ ਨੈਟਵਰਕ ਪੰਜਾਬ ਦੇ ਵਿੱਚ ਬਹੁਤਾ ਪ੍ਰਫੁੱਲਤ ਨਹੀਂ ਹੋ ਸਕਿਆ। ਉਹੀ ਇਹ ਇਲਜ਼ਾਮ ਲੱਗਦੇ ਸੀ ਵੀ ਚਾਹੇ ਸਰਕਾਰ ਅਕਾਲੀਆਂ ਦੀ ਹੋਵੇ ਚਾਹੇ ਕਾਂਗਰਸ ਦੀ ਹੋਵੇ,
ਟਰਾਂਸਪੋਰਟ ਡਿਪਾਰਟਮੈਂਟ ਦੇ ਵਿੱਚ ਦਬਦਬਾ ਜਿਹੜਾ ਉਹ ਰਾਜਨੀਤਿਕ ਬੰਦਿਆਂ ਰਹਿੰਦਾ ਹੈ। ਉਹਨਾਂ ਦੀ ਮਰਜ਼ੀ ਦੇ ਬੰਦੇ ਜਿਹੜੇ ਆ ਡੀਟੀਓ ਆਰਟੀਏ ਲਾਏ ਜਾਂਦੇ ਨੇ, ਜਿਹੜੇ ਉਹਨਾਂ ਨੂੰ ਫੇਵਰ ਕਰ ਸਕਣ, ਜਿਹੜੇ ਉਹਨਾਂ ਨੂੰ ਜਿਹੜੇ ਪਰਮਿਟ ਜਿਹੜੇ ਆ ਉਹ ਵਧਾ ਸਕਣ। ਤੁਸੀਂ ਇੱਕ ਹੋਰ ਨੈਕਸਸ ਜਿਹੜਾ ਇਹਦੇ ਵਿੱਚ ਦੇਖੋਗੇ ਵੀ ਟਰਾਂਸਪੋਰਟ ਡਿਪਾਰਟਮੈਂਟ ਦੇ ਵਿੱਚ ਜਿਹੜੇ ਅਫਸਰ ਨੇ, ਕਈ ਮਸ਼ਹੂਰ ਨੇ, ਪੀਸੀਐਸ ਅਫਸਰ ਹੋਣ ਦੇ ਬਾਵਜੂਦ ਉਹ ਡੀਟੀਓ ਲੱਗਣ ਹੀ ਉਹਨਾਂ ਦੀ ਪ੍ਰੈਫਰੈਂਸ ਹੁੰਦੀ ਹੈ ਵੀ ਮੈਨੂੰ ਡੀਟੀਓ ਹੀ ਲਾ ਕੇ ਰੱਖਿਆ ਜਾਵੇ। ਐਸੇ ਤਰ੍ਹਾਂ ਜਿਹੜੇ ਪੰਜਾਬ ਪੁਲਿਸ ਦੇ ਵਿੱਚ ਕਈ ਸਿਪਾਹੀ, ਹੌਲਦਾਰ ਜਾਂ ਥਾਣੇਦਾਰ ਐਸੇ ਹੁੰਦੇ ਵੀ ਸਾਨੂੰ ਡੀਟੀਓ ਦੇ ਨਾਲ ਗਨਮੈਨ ਲਵਾਇਆ ਜਾਵੇ। ਉਹ ਮੁੱਖ ਮੰਤਰੀ ਤੱਕ ਜਿਹੜੀਆਂ ਉਹ ਸਿਫਾਰਸ਼ਾਂ ਜਿਹੜੀਆਂ ਜਾਂਦੀਆਂ ਨੇ ਵੀ ਮੁੱਖ ਮੰਤਰੀ ਸਿਫਾਰਿਸ਼ ਕਰਦਾ ਵੀ ਫਲਾਂ ਥਾਣੇਦਾਰ ਨੂੰ ਜਿਹੜਾ ਉਹ ਡੀਟੀਓ ਬਠਿੰਡਾ ਜਾਂ ਡੀਟੀਓ ਫਰੀਦਕੋਟ, ਲੁਧਿਆਣਾ, ਅੰਮ੍ਰਿਤਸਰ ਵੀ ਉਹਦੇ ਨਾਲ ਜਿਹੜਾ ਉਹ ਤੈਨਾਤ ਕੀਤਾ ਜਾਵੇ, ਕਿਉਂਕਿ ਇੱਕ ਵੱਡਾ ਨੈਕਸਸ ਹੈ। ਉਹਦੇ 'ਚ ਪੁਲਿਸ ਮੁਲਾਜ਼ਮ ਜਿਹੜੇ ਟਰਾਂਸਪੋਰਟ ਡਿਪਾਰਟਮੈਂਟ 'ਚ ਤੈਨਾਤ ਨੇ ਉਹ ਵੀ ਇਨਵੋਲਵ ਨੇ, ਰਾਜਨੀਤਿਕ ਪਾਰਟੀਆਂ ਵੀ ਇਨਵੋਲਵ ਨੇ, ਜਿਹੜੇ ਡਿਪਾਰਟਮੈਂਟ ਦੇ ਅਫਸਰ ਨੇ ਜਿਹੜੇ ਡੀਟੀਓ ਆਰਟੀਏ ਲੱਗਦੇ ਨੇ ਉਹ ਵੀ ਇਨਵੋਲਵ ਨੇ, ਪੀਸੀਐਸ ਅਫਸਰ ਜਿਹੜੇ ਇਹਦੇ ਡਿਪਾਰਟਮੈਂਟ ਦੇ ਵਿੱਚ ਆਉਂਦੇ ਨੇ ਉਹ ਵੀ ਇਨਵੋਲਵ ਨੇ। ਮੇਰੇ ਯਾਦ ਹੈ ਵਿਧਾਨ ਸਭਾ ਦੇ ਵਿੱਚ ਜਦੋਂ ਰੌਲਾ ਪਿਆ, ਜਿਹੜੇ ਮੌਜੂਦਾ ਕਾਂਗਰਸ ਦੇ ਪ੍ਰਧਾਨ ਨੇ ਅਮਰਿੰਦਰ ਸਿੰਘ ਰਾਜਾ ਵੜਿੰਗੇ ਨੇ ਇੱਕ ਸਵਾਲ ਪੁੱਛਿਆ। ਰਜ਼ੀਆ ਸੁਲਤਾਨਾ ਉਸ ਵੇਲੇ ਟਰਾਂਸਪੋਰਟ ਮਿਨਿਸਟਰ ਸੀ, ਅਸੀਂ ਪੱਤਰਕਾਰਾਂ ਵਾਲੀ ਗੈਲਰੀ 'ਚ ਬੈਠੇ ਸੀ, ਤਾਂ ਰਜ਼ੀਆ ਸੁਲਤਾਨਾ ਨੇ ਔਨ ਦਾ ਫਲੋਰ ਇਹ ਗੱਲ ਕਹੀ ਵੀ ਮੈਨੂੰ ਨਹੀਂ ਪਤਾ ਮੇਰੇ ਡਿਪਾਰਟਮੈਂਟ ਦੇ ਵਿੱਚ ਕਿਵੇਂ ਪੋਸਟਿੰਗਸ ਹੁੰਦੀਆਂ ਨੇ, ਮੇਰੇ ਕੋਲ ਫਾਈਲ ਨਹੀਂ ਆਉਂਦੀ, ਸਿੱਧੀਆਂ ਪੋਸਟਿੰਗਸ ਹੁੰਦੀਆਂ ਨੇ। ਉੱਥੇ ਕੁਐਸਚਨ ਰੇਜ਼ ਕੀਤਾ ਸੀ ਵੀ ਇਹ ਜੇ ਮਾੜੇ ਬੰਦੇ ਜਿਹੜੇ ਆ ਡੀਟੀਓ ਲੱਗੇ ਹੋਏ ਨੇ ਜੀ, ਜਿਹੜੇ ਕਿ ਕੰਮ ਖਰਾਬ ਕਰ ਰਹੇ ਨੇ, ਪੈਸੇ ਕਮਾ ਰਹੇ ਨੇ, ਗਲਤ ਬੰਦਿਆਂ ਨੂੰ ਫੇਵਰ ਕਰ ਰਹੇ ਨੇ। ਉਹ ਕਹਿੰਦੀ ਮੈਨੂੰ ਪਤਾ ਹੀ ਨਹੀਂ। ਤੁਸੀਂ ਅੰਦਾਜ਼ਾ ਲਾ ਸਕਦੇ ਹੋ ਵੀ ਜੇ ਟਰਾਂਸਪੋਰਟ ਮਿਨਿਸਟਰ ਹੈਲਪਲੈਸ ਹੈ, ਟਰਾਂਸਪੋਰਟ ਮਿਨਿਸਟਰ ਨੂੰ ਇਹ ਪਤਾ ਹੀ ਨਹੀਂ ਉਹਦੇ ਡਿਪਾਰਟਮੈਂਟ ਦੇ ਵਿੱਚ ਡੀਟੀਓ, ਆਰਟੀਏ, ਐਸਟੀਸੀ ਸੈਕਟਰੀ ਕੌਣ ਹੈ, ਕੀ ਕਰਦੇ ਹੈ ਜੀ, ਤਾਂ ਇਸ ਮਹਿਕਮੇ ਦਾ ਮਤਲਬ ਇਹ ਕਹਿ ਸਕਦੇ ਵੀ ਰੱਬ ਹੀ ਰਾਖਾ ਰਿਹਾ ਹੈਗਾ। ਇਸ ਲਈ ਇਹ ਚਾਹੀਦਾ ਇਹ ਹੈ ਵੀ ਜੇ ਮੌਜੂਦਾ ਗੌਰਮੈਂਟ ਨੇ, ਆਮ ਆਦਮੀ ਪਾਰਟੀ ਦੀ ਗੌਰਮੈਂਟ ਨੇ ਟਰਾਂਸਪੋਰਟ ਡਿਪਾਰਟਮੈਂਟ ਦਾ ਸਫਾਇਆ ਕਰਨ ਦਾ, ਇਹਨੂੰ ਸੁਧਾਰ ਕਰਨ ਦਾ ਜੇ ਬੀੜਾ ਚੁੱਕਿਆ ਤਾਂ ਇਹ ਇੱਕ ਸ਼ਲਾਘਾਯੋਗ ਕਦਮ ਹੈ ਤੇ ਇਹਨੂੰ ਅੰਜਾਮ ਤੱਕ ਲਿਜਾਣਾ ਚਾਹੀਦਾ ਹੈਗਾ। ਜੋ ਵੀ ਰਾਜਨੀਤਿਕ ਪਾਰਟੀਆਂ ਦਾ, ਰਾਜਨੀਤਿਕ ਲੋਕਾਂ ਦਾ ਜਿਹੜਾ ਨੈਕਸਸ ਬਣਿਆ ਹੋਇਆ ਹੈ, ਇੱਕ ਗੱਠਜੋੜ ਬਣਿਆ ਹੋਇਆ ਹੈ, ਉਹਨੂੰ ਤੋੜਨ ਵਾਸਤੇ ਇੱਕ ਉਹੋ ਜਿਹੇ ਅਫਸਰਾਂ ਦੀ ਤੈਨਾਤੀ ਜਿਹੜੀ ਹੈ ਕਰਨ ਦੀ ਲੋੜ ਹੈਗੀ। ਜਿਹੜੇ ਲੰਬੇ ਸਮੇਂ ਤੋਂ ਡੀਟੀਓ ਚਲੇ ਆ ਰਹੇ ਨੇ ਉਹਨਾਂ ਨੂੰ ਤਬਦੀਲ ਕਰਨ ਦੀ ਲੋੜ ਹੈ। ਉਹ ਇੱਕ ਪੱਕਾ ਨੈਕਸਸ ਬਣਿਆ ਹੋਇਆ। ਪੁਲਿਸ ਮੁਲਾਜ਼ਮ ਜਿਹੜੇ ਡਿਪਾਰਟਮੈਂਟ ਦੇ ਵਿੱਚ ਤੈਨਾਤ ਨੇ, ਜਿਹੜੇ ਉਹ ਨਾਕੇ ਲਾ ਕੇ ਉਸ ਤਰ੍ਹਾਂ ਦੀ ਉਗਰਾਹੀ ਕਰਦੇ ਨੇ ਜਾਂ ਉਗਰਾਹੀ ਦਾ ਰਾਹ ਪੱਧਰਾ ਕਰਦੇ ਨੇ, ਇਹ ਇੱਕ ਬਹੁਤ ਵੱਡਾ ਨੈਕਸਸ ਹੈ ਜਿਹੜਾ ਵਿਜੀਲੈਂਸ ਬਿਊਰੋ ਨੂੰ ਇਹਦੀ ਤਹਿ ਤੱਕ ਜਾਣ ਦੀ ਲੋੜ ਹੈ। ਦਵਿੰਦਰ ਜੀ, ਜਿਵੇਂ ਤੁਸੀਂ ਦੱਸਿਆ ਵੀ ਕਿ ਟਰਾਂਸਪੋਰਟ ਵਿਭਾਗ 'ਚ ਇੱਕ ਰਾਜਨੀਤਿਕ ਲੋਕਾਂ ਦਾ ਨੈਕਸਸ ਬਣਿਆ ਹੋਇਆ, ਇਸ ਨੈਕਸਸ ਦੇ ਵਿੱਚ ਇੱਕ ਵੱਡਾ ਨਾਮ ਜਿਹੜਾ ਹੈਗਾ ਨਿਕਲ ਕੇ ਸਾਹਮਣੇ ਆ ਰਿਹਾ ਹਰਮੇਲ ਸਰਾਂ ਦਾ। ਅਸੀਂ ਜਾਣਨਾ ਚਾਹਾਂਗੇ ਉਹ ਕੌਣ ਹੈ ਜਾਂ ਉਸ ਬੰਦੇ ਦਾ ਨਾਮ ਜਿਹੜਾ ਬਾਰ-ਬਾਰ ਉੱਭਰ ਕੇ ਕਿਉਂ ਸਾਹਮਣੇ ਆ ਰਿਹਾ। ਹਾਂ ਦੇਖੋ, ਉਹ ਬੜੇ ਕੁਐਸਚਨ ਜਿਹੜੇ ਹੈ, ਈਵਨ ਕਿ ਆਈਐਸ ਅਫਸਰ ਵੀ ਜਿਹੜੀ ਹੈ ਉਹਨੂੰ ਜਦੋਂ ਕੋਈ ਗੌਰਮੈਂਟ ਫੇਵਰ ਕਰਦੀ ਸੀ ਬੜਾ ਕੁਐਸਚਨ ਰੇਜ਼ ਕਰਦੇ ਰਹੇ ਨੇ। ਉਸ ਬੰਦੇ ਨੂੰ ਜਿਹੜਾ ਇੱਕ ਤਰ੍ਹਾਂ ਨਾਲ ਇਹਨਾਂ ਨੇ ਟਰਾਂਸਪੋਰਟ ਡਿਪਾਰਟਮੈਂਟ ਦਾ ਉਹੋ ਜਿਹੀ ਪੋਸਟ 'ਤੇ ਲਾ ਕੇ ਰੱਖਿਆ ਜਿੱਥੇ ਆਈਐਸ ਅਫਸਰ ਲੱਗਦੇ ਨੇ। ਉੱਥੋਂ ਅੰਦਾਜ਼ਾ ਲਾ ਸਕਦੇ ਹੋ ਵੀ ਕਿਸ ਤਰ੍ਹਾਂ ਦੀ ਜਿਹੜੀ ਹੈ ਫੇਵਰ ਜਿਹੜੀ ਹੈ ਰਾਜਨੀਤਿਕ ਪਾਰਟੀਆਂ ਜਾਂ ਟਰਾਂਸਪੋਰਟਰ ਚਾਹੁੰਦੇ ਨੇ। ਇੱਕ ਉਹੋ ਜਿਹੀਆਂ ਪੋਸਟਾਂ 'ਤੇ ਬੰਦੇ ਨੂੰ ਲਾ ਕੇ ਰੱਖਦੇ ਜਿਸ ਬੰਦਾ ਉਸ ਪੋਸਟ ਦੇ ਫਿੱਟ ਨੇ ਜੀ। ਇਹ ਤੁਸੀਂ ਅੰਦਾਜ਼ਾ ਲਾ ਸਕਦੇ ਜੀ। ਦਵਿੰਦਰ ਜੀ, ਇਸ ਤੋਂ ਇਲਾਵਾ ਵੀ ਜਿਹੜਾ ਹੈਗਾ ਆਮ ਆਦਮੀ ਪਾਰਟੀ ਦੀ ਸਰਕਾਰ ਜਿਹੜਾ ਹੈ ਚੋਣਾਂ ਨੂੰ ਸਮੇਂ ਇੱਕ ਟਰਾਂਸਪੋਰਟ ਮਾਫੀਆ ਦਾ ਵੀ ਇੱਕ ਵੱਡਾ ਨਾਮ ਜਿਹੜੀ ਹੈ ਵਾਰ-ਵਾਰ ਲੈਂਦੀ ਆਈ ਹੈ ਵੀ ਕਿ ਟਰਾਂਸਪੋਰਟ ਮਾਫੀਆ ਪੰਜਾਬ 'ਚ ਵੱਡੇ ਪੱਧਰ 'ਤੇ ਕਾਬਜ਼ ਹੈ। ਅਸੀਂ ਜਾਣਨਾ ਚਾਹਾਂਗੇ ਉਹ ਮਾਫੀਆ ਕਿਸ ਤਰ੍ਹਾਂ ਦਾ ਜਾਂ ਉੱਚੇ ਸੁਧਾਰ ਕਿਵੇਂ ਕੀਤਾ ਜਾ ਸਕਦਾ। ਇੱਕ ਤਾਂ ਇਹੀ ਮਾਫੀਆ ਜਿਹੜਾ ਮੈਂ ਤੁਹਾਨੂੰ ਕਿਹਾ ਵੀ ਰਾਜਨੀਤਿਕ ਪਾਰਟੀਆਂ, ਡੀਟੀਓ, ਪੁਲਿਸ, ਇਹ ਸਾਰਾ ਇੱਕ ਨੈਕਸਸ ਹੈ। ਦੂਜਾ ਮਾਫੀਆ ਆਪਾਂ ਇਹ ਕਹਿ ਲਈਏ ਵੀ ਜਿਵੇਂ ਬੱਸਾਂ 'ਤੇ ਜਿਹੜਾ ਕੰਟਰੋਲ ਜਿਹੜਾ ਉਹ ਪ੍ਰਾਈਵੇਟ ਘਰਾਣਿਆਂ ਦਾ ਹੈ ਜੀ, ਉਹਦੇ ਕਰਕੇ ਜਿਹੜੀ ਹੈ ਰੇਲ ਨੈਟਵਰਕ ਜਿਹੜਾ ਉਹ ਪੰਜਾਬ ਦੇ ਵਿੱਚ ਪੂਰਾ ਐਸਟੈਬਲਿਸ਼ ਨਹੀਂ ਹੋ ਰਿਹਾ। ਤੁਸੀਂ ਹਰ ਤਰ੍ਹਾਂ ਦਾ ਦੇਖੋ ਵੀ ਜੇ ਝੋਨਾ ਬਾਹਰੋਂ ਲਿਆ ਕੇ ਵੇਚਣਾ ਉਹ ਵੀ ਇੱਕ ਟਰਾਂਸਪੋਰਟ ਨੈਕਸਸ ਹੈ ਜੀ। ਫੂਡ ਦੇ ਵਿੱਚ ਜਿਹੜਾ ਹੁਣ ਆਪਾਂ ਗੱਲ ਕਰਾਂਗੇ, ਆਸ਼ੂਰ ਜਿਹੜਾ ਫੜਿਆ ਉਹ ਵੀ ਇੱਕ ਟਰਾਂਸਪੋਰਟ ਡਿਪਾਰਟਮੈਂਟ ਇਨਵੋਲਵ ਹੈ। ਮਤਲਬ ਹਰ ਜਗ੍ਹਾ ਜਿਹੜਾ ਟਰਾਂਸਪੋਰਟ ਡਿਪਾਰਟਮੈਂਟ ਅਸੀਂ ਕਹਦੇ ਇਨਵੋਲਵ ਹੈ ਜਾਂ ਟਰਾਂਸਪੋਰਟ ਦੇ ਵਾਹਨ ਇਨਵੋਲਵ ਨੇ, ਜਿੱਥੇ ਇਸ ਡਿਪਾਰਟਮੈਂਟ ਦਾ ਜਿਹੜਾ ਇੱਕ ਤਰ੍ਹਾਂ ਨਾਲ ਸਾਰਾ ਗੱਲਬਾਤ ਸਾਹਮਣੇ ਆਉਂਦੀ ਜੀ। ਇਸ ਦੇ ਨਾਲ ਹੀ ਦਵਿੰਦਰ ਜੀ ਦੇਖੀਏ ਤਾਂ 2 ਦਿਨ ਪਹਿਲਾਂ ਵਿਜੀਲੈਂਸ ਵਿਭਾਗ ਵੱਲੋਂ ਸਾਬਕਾ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਨੂੰ ਲੁਧਿਆਣੇ ਤੋਂ ਜਿਹੜਾ ਗ੍ਰਿਫਤਾਰ ਕੀਤਾ ਸੀ ਤੇ ਉਹ ਰਿਮਾਂਡ ਤੇ ਚੱਲ ਰਹੇ ਨੇ। ਅਸੀਂ ਜਾਣਨਾ ਚਾਹਾਂਗੇ ਵੀ ਕਿ ਉਹ ਪੂਰਾ ਮਾਮਲਾ ਕੀ ਸੀ ਤੇ ਹੁਣ ਉਹਨਾਂ ਉਸ ਕੇਸ ਦੇ ਵਿੱਚ ਸੁਣਵਾਈ ਕਿੱਥੇ ਤੱਕ ਜਿਹੜੀ ਹੈਗੀ ਕਾਰਵਾਈ ਪਹੁੰਚ ਸਕੀ ਹੈ। ਦੇਖੋ, ਭਾਰਤ ਭੂਸ਼ਣ ਤਾਂ ਇਸ ਵੇਲੇ ਜਿਹੜੇ ਹੈ ਪੁਲਿਸ ਰਿਮਾਂਡ ਤੇ ਨੇ। ਵਿਜੀਲੈਂਸ ਉਹਨਾਂ ਤੋਂ ਪੁੱਛਗਿੱਛ ਕਰ ਰਹੀ ਹੈ, ਉਹ ਕੀ ਦੱਸਣਗੇ ਜਾਂ ਵਿਜੀਲੈਂਸ ਕੀ ਪੁੱਛੂਗੀ। ਆਉਣ ਵਾਲੇ ਦਿਨਾਂ ਦੇ ਵਿੱਚ ਇਹ ਗੱਲ ਸਾਹਮਣੇ ਆ ਜਾਊਗੀ ਜੀ। ਪਰ ਜਦੋਂ ਅਸੀਂ ਦੇਖਦੇ ਹਾਂ ਵੀ ਟੋਟਲ ਫੂਡ ਸਕੈਮ, ਮੇਰੇ ਯਾਦ ਹੈ ਜਦੋਂ ਸੁਨੀਲ ਜਾਖੜ ਨੇ ਅਕਾਲੀ ਦਲ ਤੇ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਹੁੰਦੇ ਹੋਏ ਰੌਲਾ ਪਾਇਆ ਸੀ ਵੀ 38,000 ਕਰੋੜ ਦਾ ਸਕੈਮ ਹੋਇਆ ਜੀ। ਇੱਕ ਵੱਡੇ ਬੋਰਿਆਂ ਦੇ ਵਿੱਚ ਦਸਤਾਵੇਜ਼ ਭਰ ਕੇ ਜਿਹੜੇ ਆ ਸੁਨੀਲ ਜਾਖੜ ਮੋਟਰਸਾਈਕਲ ਤੇ ਸਵਾਰ ਹੋ ਕੇ ਗਏ ਸੀ। ਉਦੋਂ ਵੀ ਇਹੀ ਰੌਲਾ ਪਿਆ ਸੀ ਵੀ
ਸਕੂਟਰਾਂ ਦੇ, ਮੋਟਰਸਾਈਕਲਾਂ ਦੇ ਜਾਲੀ ਨੰਬਰਾਂ ਤੇ ਜਿਹੜੀ ਹੈ ਢੋਆ ਢੁਆਈ ਕਣਕ ਤੇ ਝੋਨੇ ਦੀ ਹੋਈ, ਉਹਦੇ ਫਰਜ਼ੀ ਬਿੱਲ ਕਹਿ ਲਓ ਜਾਂ ਜੋ ਫਰਜ਼ੀਵਾੜਾ ਹੋਇਆ, ਉਹ 38,000 ਕਰੋੜ ਦਾ ਸਕੈਮ ਹੈ। ਉਹ ਬਾਅਦ ਜਿਹੜਾ ਕਰਜ਼ੇ 'ਚ ਕਨਵਰਟ ਕਰਕੇ ਪੰਜਾਬ ਸਰਕਾਰ, ਕਾਂਗਰਸ ਨੇ ਬੜਾ ਜ਼ੋਰ ਲਾਇਆ ਵੀ ਅਸੀਂ ਇਹਦੀ ਇਨਕੁਆਇਰੀ ਕਰਾਵਾਂਗੇ, ਦੋਸ਼ੀਆਂ ਨੂੰ ਸਜ਼ਾਵਾਂ ਦੇਵਾਂਗੇ। 5 ਸਾਲ ਵਿਅਰਥ ਗਏ, ਕਿਸੇ ਨੇ ਉਹਦਾ ਨਾਮ ਤੱਕ ਨਹੀਂ ਲਿਆ। ਜੀ ਉਹ ਵਾਈਟ ਪੇਪਰ 'ਚ ਵੀ ਕੀ ਹੋਇਆ ਕੀ ਨਹੀਂ ਹੋਇਆ ਕਿਸੇ ਨੂੰ ਕੁਛ ਨਹੀਂ ਪਤਾ, ਕਿਉਂਕਿ ਕੀਤਾ ਹੀ ਕੱਖ ਨਹੀਂਗਾ। ਸਿਮਿਲਰਲੀ ਜਿਹੜਾ ਹੁਣ ਵਿਜੀਲੈਂਸ ਬਿਊਰੋ ਨੇ ਜਿਹੜੀ ਗੱਲ ਸਾਹਮਣੇ ਲਿਆਂਦੀ ਹੈ, ਉਹ ਇਹੀ ਲਿਆਂਦੀ ਹੈ ਵੀ ਸਕੂਟਰਾਂ, ਮੋਟਰਸਾਈਕਲਾਂ ਦੇ ਗੱਡੀਆਂ ਤੇ ਢੋਆ ਢੁਆਈ ਜਿਹੜੀ ਹੈ ਦਿਖਾਈ ਗਈ ਕਣਕ ਤੇ ਝੋਨੇ ਦੀ, ਇਹ ਵੀ ਇੱਕ ਵੱਡਾ ਫਰਾਡ ਹੈ। ਉਹਦੇ ਵਿੱਚ ਜੋ ਇਨੀਸ਼ੀਅਲੀ ਵਿਜੀਲੈਂਸ ਦੇ ਸੂਤਰਾਂ ਤੋਂ ਪਤਾ ਲੱਗਦਾ ਹੈ ਵੀ ਬਹੁਤ ਸਾਰੇ ਜਿਹੜੇ ਰੂਲਿੰਗ ਪਾਰਟੀ ਦੇ ਉਸ ਵੇਲੇ ਦੇ ਕਾਂਗਰਸ ਦੇ MLA ਜਿਹੜੇ ਇਨਵੋਲਵ ਸੀ, ਹਲਕਾ ਇੰਚਾਰਜ ਜਿਹੜੇ ਆ ਉਹਦੇ 'ਚ ਇਨਵੋਲਵ ਸੀ, ਤੇ 2.5-3 ਦਰਜਨ ਜਿਹੜੇ ਕਹਿੰਦੇ ਆ ਵੀ ਬੰਦੇ ਇਹ ਇਸ ਤਰ੍ਹਾਂ ਦਾ ਇਸ 'ਚ ਇਨਵੋਲਵ ਸੀ। ਈਵਨ ਕਿ ਸਭ ਤੋਂ ਵੱਡੀ ਗੱਲ ਇਹ ਹੈ ਜਿਹੜਾ UP ਬਿਹਾਰ 'ਚੋਂ ਲਿਆ ਕੇ ਝੋਨਾ ਇੱਥੇ ਵੇਚਿਆ ਗਿਆ, ਉਹਦੇ ਵਿੱਚ ਵੀ ਕਹਿੰਦੇ ਆ ਵੀ MLAs ਤੇ ਹਲਕਾ ਇੰਚਾਰਜਾਂ ਦੀ ਜਿਹੜੀ ਉਹਦੀ ਬੜੀ ਭੁਗਤ ਸੀ ਜੀ। ਉਹ ਵੀ ਇੱਕ ਜੇ ਇਹਦੇ ਨਾਲ ਜੁੜਿਆ ਜਾਵੇ ਤਾਂ ਉਹ ਹਜ਼ਾਰਾਂ ਕਰੋੜ ਦਾ ਸਕੈਮ ਟੋਟਲ ਜਿਹੜਾ ਇਹ ਬਣ ਜਾਂਦਾ। ਵਿਜੀਲੈਂਸ ਬਿਊਰੋ ਕਿੱਥੋਂ ਤੱਕ ਪਹੁੰਚਦੀ ਹੈ, ਕਿਵੇਂ ਪਹੁੰਚਦੀ ਹੈ, ਆਉਣ ਵਾਲੇ ਦਿਨਾਂ 'ਚ ਪਤਾ ਲੱਗੂ। ਇਹ ਹੋਰ ਕਿੰਨੇ ਕੁ ਸਾਬਕਾ ਵਿਧਾਇਕਾਂ ਨੂੰ ਜਾਂ ਮੌਜੂਦਾ ਵਿਧਾਇਕਾਂ ਨੂੰ ਜਾਂ ਕਾਂਗਰਸ ਦੇ ਹਲਕਾ ਇੰਚਾਰਜਾਂ ਨੂੰ ਹੱਥ ਪਾਉਣ ਦੀ ਜ਼ਰੂਰਤ ਕਰਦੇ ਆ ਜਾਂ ਉਹਨਾਂ ਨੂੰ ਫੜਦੇ ਆ। ਪਰ ਇਹ ਮੰਨਣਾ ਪਊ ਵੀ ਇਹ ਫੂਡ ਸਕੈਮ ਜਿਹੜਾ ਚਰਚਾ 'ਚ ਰਿਹਾ, ਚਾਹੇ ਉਹ ਤਰਪਾਲਾਂ ਖਰੀਦਣ ਦਾ ਮਸਲਾ ਹੋਵੇ ਜੀ, ਚਾਹੇ ਕਰੇਟ ਖਰੀਦਣ ਦਾ ਮਸਲਾ ਹੋਵੇ, ਚਾਹੇ ਟਰਾਂਸਪੋਰਟੇਸ਼ਨ ਦਾ ਮਸਲਾ ਹੋਵੇ, ਚਾਹੇ ਬਾਹਰੋਂ ਝੋਨਾ ਲਿਆਉਣ ਦਾ ਮਸਲਾ ਹੋਵੇ, ਚਾਹੇ ਝੋਨਾ ਗੋਦਾਮਾਂ 'ਚ ਪਿਆ ਖਰਾਬ ਹੋਣ ਦਾ ਮਸਲਾ ਹੋਵੇ। ਮਤਲਬ ਇਹ ਐਡਾ ਵੱਡਾ ਅਸੀਂ ਕਹਿ ਲਈਏ ਇੱਕ ਵੱਡੇ ਪਰਤ ਦਰ ਪਰਤ ਫਰਾਡ ਜਿਹੜੇ ਆ ਉਹ ਸਾਹਮਣੇ ਆਉਂਦੇ ਰਹਿੰਦੇ ਨੇ ਅਕਸਰ। ਜਿਵੇਂ ਪਟਿਆਲੇ ਜ਼ਿਲ੍ਹੇ ਦੇ ਵਿੱਚ 2-3 ਕਰੋੜ ਦੀ ਕਣਕ ਗਾਇਬ ਦਾ ਹੋਇਆ, ਬਿਲਕੁਲ। ਕਦੇ ਤਰਨਤਾਰਨ ਪੱਟੀ ਦੇ ਵਿੱਚ ਕਣਕ ਗਾਇਬ, ਝੋਨਾ ਗਾਇਬ ਦਾ ਮਸਲਾ ਸਾਹਮਣੇ ਆ ਜਾਂਦਾ। ਇਹ ਤਰ੍ਹਾਂ ਤਰ੍ਹਾਂ ਦੇ ਜਿਹੜੇ ਮੈਨੂੰ ਲੱਗਦਾ ਵੀ ਜੇ ਸਾਰੇ ਪੁਣਛਾਣ ਹੋਣ ਲੱਗ ਜੇ ਤਾਂ ਪਤਾ ਨਹੀਂ ਗੱਲ ਕਿੱਧਰ ਨੂੰ ਜਾਊਗੀ। ਤੇ ਕਿੰਨਾ ਕੁ ਮੈਨੂੰ ਲੱਗਦਾ ਪੰਜਾਬ ਦਾ ਜੇ ਸਾਰੇ ਘਪਲਿਆਂ ਦੇ ਕਰ ਲਈਏ ਵੀ ਜਿੰਨਾ ਪੰਜਾਬ ਦਾ ਬਜਟ ਹੁੰਦਾ 1 ਸਾਲ ਦਾ, ਹੋ ਸਕਦਾ ਸਾਰੇ ਘਪਲੇ ਰਲਾ ਕੇ ਉਹਨੇ ਜਿਹੜੇ ਆ ਉਹ ਬਣ ਜਾਣ, ਨੇੜੇ ਤੇੜੇ ਤਾਂ ਪਹੁੰਚ ਹੀ ਜਾਣਗੇ। ਜੀ ਦਵਿੰਦਰ ਜੀ, ਵਿਜੀਲੈਂਸ ਬਿਊਰੋ ਵੱਲੋਂ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਅਗਵਾਈ 'ਚ ਇਹ 5 ਮਹੀਨਿਆਂ ਦੇ ਸਮੇਂ ਦੌਰਾਨ ਕਈ ਸਾਬਕਾ ਮੰਤਰੀਆਂ ਦੇ, ਵਿਧਾਇਕਾਂ ਦੇ ਜਿਹੜਾ ਹੈਗਾ ਘਰ ਛਾਪੇਮਾਰੀ ਕੀਤੀ ਗਈ ਹੈ। ਇਸ ਦੇ ਨਾਲ ਹੀ ਕਈ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਘਰ ਵੀ ਜਿਹੜਾ ਛਾਪੇਮਾਰੀ ਵੀ ਕੀਤੀ ਗਈ ਹੈ, ਗ੍ਰਿਫਤਾਰੀ ਵੀ ਜਿਹੜੀ ਹੈਗੀ ਕੀਤੀ ਗਈ ਹੈ। ਤੇ ਗੱਲ ਕਰੀਏ ਤਾਂ ਬਚਿਆ ਹੋਇਆ ਸੀ ਕਿਤੇ ਨਾ ਕਿਤੇ ਪੁਲਿਸ ਪ੍ਰਸ਼ਾਸਨ। ਅੱਜ ਜਿਹੜਾ ਹੈਗਾ ਪੰਜਾਬ ਪੁਲਿਸ ਤੇ ਵੀ AIG ਆਸ਼ੀਸ਼ ਕਪੂਰ ਦੇ ਘਰ ਵਿਜੀਲੈਂਸ ਬਿਊਰੋ ਵੱਲੋਂ ਸਵੇਰੇ ਜਿਹੜਾ ਹੈਗਾ ਛਾਪੇਮਾਰੀ ਕੀਤੀ ਗਈ ਹੈ। ਅਸੀਂ ਜਾਣਨਾ ਚਾਹਾਂਗੇ ਵੀ ਕਿ ਉਹ ਕੀ ਮਾਮਲਾ ਹੈ ਵੀ ਕਿ ਜਿਹੜਾ ਵਿਜੀਲੈਂਸ ਬਿਊਰੋ ਜਿਹੜਾ ਹੈ ਆਸ਼ੀਸ਼ ਕਪੂਰ ਦੇ ਘਰ ਪਹੁੰਚਿਆ। ਵਿਜੀਲੈਂਸ ਬਿਊਰੋ ਕਾਂਗਰਸ ਦੇ 5 ਸਾਲਾ ਟਰਨਓਵਰ ਦੇ ਵਿੱਚ ਕਾਫੀ ਸੁਰਖੀਆਂ 'ਚ ਰਹੇ ਜੀ। ਜਿੰਨੇ ਵੱਡੇ ਕੇਸ ਉਹਨਾਂ ਕੋਲ ਇਨਵੈਸਟੀਗੇਸ਼ਨ ਲਈ ਆਏ, ਚਾਹੇ ਉਹ ਇਰੀਗੇਸ਼ਨ ਸਕੈਮ ਸੀ, ਚਾਹੇ ਸੁਰਿੰਦਰਪਾਲ ਸਿੰਘ ਪਹਿਲਵਾਨ ਵਾਲਾ ਕੇਸ ਸੀ, ਜਾਂ ਹੋਰ ਕਈ ਤਰ੍ਹਾਂ ਦੇ ਕੇਸਿਸ ਜਿਹੜੇ ਸੀਗੇ, ਚਾਹੇ ਉਹ ਐਕਸਾਈਜ਼ ਦਾ ਸੀ, ਜੋ ਸੀ, ਉਹਦੇ 'ਚ ਕਾਫੀ ਚਰਚਾ ਇਹ ਚੱਲਦੀ ਰਹੀ ਵੀ ਵਿਜੀਲੈਂਸ ਬਿਊਰੋ ਦੇ ਕਈ ਅਫਸਰਾਂ ਨੇ ਵੀ ਇਹਦੇ 'ਚ ਮੋਟੇ ਹੱਥ ਲੱਗੇ ਨੇ। ਜੀ। ਕਿਹਨੇ ਲੰਗੇ ਨੇ ਉਹ ਤਾਂ ਤਫਤੀਸ਼ 'ਚੋਂ ਹੀ ਸਾਹਮਣੇ ਆ ਸਕਦਾ ਵੀ ਕਿਹਨੇ ਕੀ ਕੀਤਾ। ਇਵੇਂ ਫਿਰ ਜਦੋਂ ਪੰਜਾਬ ਦੇ ਵਿੱਚ ਸੱਤਾ ਤਬਦੀਲ ਹੁੰਦੀ ਹੈ ਤਾਂ ਆਸ਼ੀਸ਼ ਕਪੂਰ ਦੇ ਖਿਲਾਫ ਜਿਹੜੀ ਹੈ ਇੱਕ ਵਿਜੀਲੈਂਸ ਬਿਊਰੋ ਵੱਲੋਂ ਡਿਸਪ੍ਰਪੋਰਸ਼ਨੇਟ ਅਸੈਟਸ ਦੀ ਜਿਹੜੀ ਹੈ ਇਨਕੁਆਇਰੀ ਸ਼ੁਰੂ ਕੀਤੀ ਜਾਂਦੀ ਹੈ, ਸਰੋਤਾਂ ਤੋਂ ਜ਼ਿਆਦਾ ਆਮਦਨ ਦੀ। ਜੀ। ਉਸੇ ਸਿਲਸਿਲੇ ਦੇ ਵਿੱਚ ਪੰਜਾਬ ਵਿਜੀਲੈਂਸ ਬਿਊਰੋ ਦੀ ਟੀਮ ਅੱਜ ਇਸ ਪੁਲਿਸ ਅਫਸਰ ਦੇ ਘਰੇ ਗਈ ਸੀ, ਜਿੱਥੇ ਮੋਹਾਲੀ ਦੇ 88 ਸੈਕਟਰ 'ਚ ਉਹਨੇ ਘਰ ਪਾਇਆ ਹੋਇਆ। ਉਸ ਘਰ ਦੀ ਸਾਰੀ ਪਮਾਇਸ਼, ਉਸ ਘਰ ਕਿੰਨੇ ਕੁ ਦਾ ਬਣਿਆ, ਕਿੰਨੇ ਦੀ ਲਾਗਤ ਹੈ, ਕੀ ਹੈ, ਇਹ ਟੋਟਲ ਡਿਸਪ੍ਰਪੋਰਸ਼ਨੇਟ ਅਸੈਟਸ ਦਾ ਜਿਹੜਾ ਇਸ ਅਫਸਰ ਦੇ ਖਿਲਾਫ ਕੇਸ ਹੈ। ਕਿਉਂਕਿ ਇਹ ਅਫਸਰ ਅਕਸਰ ਵਿਵਾਦਾਂ 'ਚ ਰਿਹਾ ਹੈ। ਤੁਸੀਂ ਦੇਖੋ ਵੀ ਜਦੋਂ ਅੰਮ੍ਰਿਤਸਰ ਜੇਲ੍ਹ ਦਾ ਇਹ ਸੁਪਰਡੈਂਟ ਸੀ, ਉਦੋਂ ਵੀ ਇੱਕ ਮਹਿਲਾ ਨੇ ਦੋਸ਼ ਲਾਏ ਸੀ। ਹਾਲਾਂਕਿ ਬਾਅਦ ਦੇ ਵਿੱਚ ਇਨਕੁਆਇਰੀ ਦੇ ਵਿੱਚ ਪੁਲਿਸ ਨੇ ਕਲੀਨ ਚਿੱਟ ਦਿੱਤੇ ਵੀ ਮੇਰੇ ਨਾਲ ਜਿਹੜੇ ਹੈ ਇਹਨੇ ਨਜਾਇਜ਼ ਸੰਬੰਧ ਬਣਾਏ ਜੇਲ੍ਹ ਦੇ ਵਿੱਚ, ਜਾਂ ਉਹ ਸਹਿਮਤੀ ਨਾਲ ਸੀ ਜਾਂ ਅਸਹਿਮਤੀ ਨਾਲ ਸੀ, ਜੋ ਵੀ ਸੀ। ਬਿਲਕੁਲ। ਤੇ ਇਸ ਤਰ੍ਹਾਂ ਦਾ ਕਰਕੇ ਕਈ ਮਸਲਿਆਂ ਕਰਕੇ ਇਹ ਅਫਸਰ ਵਿਵਾਦਾਂ 'ਚ ਰਿਹਾ। ਤੇ ਹਾਂ, ਇਹ ਇੰਨੀ ਕੁ ਦਾਦ ਦੇਣੀ ਬਣਦੀ ਹੈ ਵਿਜੀਲੈਂਸ ਨੂੰ ਵੀ ਘੱਟੋ ਘੱਟ ਉਹਨਾਂ ਨੇ ਇੱਕ ਦੇ ਹੀ ਸਾਬਕਾ ਅਫਸਰ ਦੇ ਖਿਲਾਫ ਇਨਕੁਆਇਰੀ ਸ਼ੁਰੂ ਕਰਨ ਦਾ ਇੱਕ ਹੌਸਲਾ ਦਿਖਾਇਆ। ਤੇ ਇਹਨੂੰ ਕਿੰਨਾ ਕੁ ਸਿਰੇ ਲਿਜਾਂਦੇ, ਲੈਟ ਅਸ ਸੀ। ਜੀ। ਦਵਿੰਦਰ ਜੀ, ਇੱਕ ਵੱਡਾ ਸਵਾਲ ਇਹ ਖੜਾ ਹੁੰਦਾ ਹੈ ਵੀ ਕਿ ਵਿਜੀਲੈਂਸ ਬਿਊਰੋ ਵੱਲੋਂ ਲਗਾਤਾਰ ਕਾਰਵਾਈਆਂ ਕੀਤੀਆਂ ਜਾ ਰਹੀਆਂ, ਗ੍ਰਿਫਤਾਰੀਆਂ ਵੀ ਵੱਡੇ ਪੱਧਰ ਤੇ ਹੋ ਰਹੀਆਂ, ਪਰ ਜੇ ਪਿਛੋਕੜ ਦੇਖੀਏ ਵਿਜੀਲੈਂਸ ਦਾ ਇਹੀ ਰਿਹਾ ਵੀ ਕਿ ਉਹਨਾਂ ਵੱਲੋਂ ਪਹਿਲਾਂ ਵੀ ਕੇਸ ਤਾਂ ਬਹੁਤ ਦਰਜ ਕੀਤੇ ਜਾਂਦੇ ਨੇ, ਪਰ ਸਜ਼ਾ ਦੀ ਦਰ ਜਿਹੜੀ ਹੈਗੀ ਬਹੁਤ ਘੱਟ ਹੈ। ਕੀ ਤੁਹਾਨੂੰ ਲੱਗਦਾ ਵੀ ਕਿ ਹੁਣ ਕਈ ਸਾਬਕਾ ਮੰਤਰੀਆਂ ਨੂੰ ਵੀ ਗ੍ਰਿਫਤਾਰ ਕੀਤਾ, ਪ੍ਰਸ਼ਾਸਨਿਕ ਤੇ ਪੁਲਿਸ ਅਧਿਕਾਰੀਆਂ ਤੱਕ ਤੇ ਜਿਹੜੀਆਂ ਇਨਕੁਆਇਰੀਆਂ ਚੱਲ ਰਹੀਆਂ ਵੀ ਕਿ ਇਹ ਇਨਕੁਆਇਰੀਆਂ ਜਿਹੜੀਆਂ ਹੈ ਕਿਸੇ ਨਾ ਕਿਸੇ ਧਨ ਪਤਨ ਲੱਗ ਸਕਣਗੀਆਂ? ਦੇਖੋ, ਗੱਲ ਹੁੰਦੀ ਹੈ ਸਰਕਾਰ ਦੀ ਨੀਅਤ ਤੇ। ਜੀ। ਪਰਚੇ ਤਾਂ ਇੱਥੇ ਗੱਲ ਕਹਿ ਲਈਏ ਵੀ ਮੁੱਖ ਮੰਤਰੀਆਂ ਤੇ ਵੀ ਦਰਜ ਹੋਏ ਨੇ, ਚਾਹੇ ਉਹ ਪ੍ਰਕਾਸ਼ ਸਿੰਘ ਬਾਦਲ ਹੋਣ, ਚਾਹੇ ਉਹ ਕੈਪਟਨ ਅਮਰਿੰਦਰ ਸਿੰਘ ਹੋਣ, ਚਾਹੇ ਰਜਿੰਦਰ ਕੌਰ ਭੱਠਲ ਹੋਣ, ਜਾਂ ਹੋਰ ਕਿੰਨੇ ਹੀ ਮੰਤਰੀ ਹੋਣ। ਬਿਨਾਂ ਸ਼ੱਕ ਜਦੋਂ ਉਸੇ ਪਾਰਟੀ ਦੀ
ਸਰਕਾਰ ਜਿਹੜੀ ਹੈ ਆ ਜਾਂਦੀ ਹੈਗੀ ਜਾਂ ਬੰਦਾ ਸੱਤਾ 'ਚ ਆ ਜਾਂਦਾ ਹੈ, ਬੰਦਾ ਪਾਵਰਫੁਲ ਹੋ ਜਾਂਦਾ ਹੈ, ਤਾਂ ਵਿਜੀਲੈਂਸ ਬਿਊਰੋ ਦਾ ਰਵੱਈਆ ਜਿਹੜਾ ਉਹ ਬਦਲ ਜਾਂਦਾ ਹੈ, ਜਿਹੜਾ ਕਿ ਬੜਾ ਮੰਦਭਾਗਾ ਹੈ, ਕਿਉਂਕਿ ਕਾਨੂੰਨ ਦੀਆਂ ਨਜ਼ਰਾਂ 'ਚ ਸਾਰੇ ਬੰਦੇ, ਛੋਟੇ ਵੱਡਾ ਬੰਦਾ, ਸਾਰੇ ਇੱਕੋ ਹੋਣੇ ਚਾਹੀਦੇ ਹੈਗੇ। ਇਸ ਲਈ ਸਭ ਤੋਂ ਪਹਿਲੀ ਤਾਂ ਇਹ ਚਾਹੀਦਾ ਵਿਜੀਲੈਂਸ ਨੂੰ ਇਹਨਾਂ ਨੂੰ ਫਾਸਟ ਟਰੈਕ ਕਰਕੇ, ਤਾਂ ਜੋ ਉਸੇ ਸਰਕਾਰ ਦੀ ਟੈਨਿਓਰ ਦੇ ਵਿੱਚ ਇਹ ਕੇਸ ਸਿਰੇ ਚੜ ਜਾਣ, ਕਿਉਂਕਿ ਸਾਡਾ ਕਾਨੂੰਨ ਇੰਨਾ ਜ਼ਿਆਦਾ ਹੈ, ਤਾਰੀਖ 'ਤੇ ਤਾਰੀਖ ਨਾਲ ਜਿਹੜਾ ਉਹ 5 ਸਾਲ ਲੰਘ ਜਾਂਦੇ ਨੇ, ਅੱਗੇ ਫਿਰ ਸੱਤਾ ਬਦਲ ਜਾਂਦੀ ਹੈ, ਫਿਰ ਜਿਹੜਾ ਏਜੰਸੀਆਂ ਦਾ ਜਿਹੜਾ ਉਹ ਐਟੀਟਿਊਡ ਜਿਹੜਾ ਉਹ ਵਿਵਹਾਰ ਜਿਹੜਾ ਕਿਰਦਾਰ ਚੇਂਜ ਹੋ ਜਾਂਦਾ ਹੈ, ਅਫਸਰ ਬਦਲ ਜਾਂਦੇ ਨੇ, ਅਫਸਰ ਗਵਾਹੀਆਂ ਤੋਂ ਮੁੱਕਰ ਜਾਂਦੇ ਨੇ, ਕਈ ਤਰ੍ਹਾਂ ਦਾ ਕਾਲਾ ਮਾਲਾ ਸਾਹਮਣੇ ਆਉਂਦਾ ਜੀ। ਇਸ ਲਈ ਸਰਕਾਰ ਨੂੰ ਗੰਭੀਰਤਾ ਨਾਲ ਇਹ ਫਾਸਟ ਟਰੈਕ ਜਿਹੜੇ ਕੇਸ ਲਾਉਣੇ ਚਾਹੀਦੇ ਆ, ਤਾਂ ਜੋ ਲੋਕਾਂ 'ਚ ਇਹ ਸਹੀ ਮੈਸੇਜ ਚਲਾ ਜਾਵੇ ਜੀ। ਇਹ ਸਨ ਸਾਡੇ ਸੀਨੀਅਰ ਪੱਤਰਕਾਰ ਸ਼੍ਰੀ ਦਵਿੰਦਰਪਾਲ ਜੀ, ਜਿਨ੍ਹਾਂ ਨੇ ਆਪਣੇ ਵਡਮੁੱਲੇ ਵਿਚਾਰ ਸਾਡੇ ਨਾਲ ਸਾਂਝੇ ਕੀਤੇ। ਕੱਲ੍ਹ ਨੂੰ ਇਸੇ ਸਮੇਂ ਇੱਕ ਨਵੇਂ ਮੁੱਦੇ ਦੇ ਨਾਲ ਫਿਰ ਮਿਲਾਂਗੇ ਪ੍ਰੋਗਰਾਮ ਵੇਲੇ ਦੀ ਗੱਲ ਵਿੱਚ। ਧੰਨਵਾਦ।